ਜਦੋਂ ਵੀ ਵਾੜਾ ਬਣਾਓ, ਇਹ ਗੱਲ ਮੈਂ ਵੀ ਕਹਿੰਦਾ, ਬੜੇ ਯੂਟਿਊਬਰ ਵੀ ਕਹਿੰਦੇ, ਟਿਕਟੋਕਰ ਵੀ ਕਹਿੰਦੇ ਵੀ ਵਾੜੇ ਤੇ ਖਰਚਾ ਘੱਟ ਤੋਂ ਘੱਟ ਕਰਨਾ ਚਾਹੀਦਾ, ਵੀ ਤਾਂ ਕਿ ਜਾਨਵਰ ਜ਼ਿਆਦਾ ਹੋਣੇ ਚਾਹੀਦੇ ਆ। ਇਹ ਗੱਲ ਬਿਲਕੁਲ 100% ਠੀਕ ਆ, ਲੇਕਿਨ ਇੰਨਾ ਵੀ ਘੱਟ ਨਾ ਕਰੋ ਵੀ ਕੱਲ ਨੂੰ ਉਹੋ ਹੀ ਵਾੜਾ ਸਾਨੂੰ ਤੰਗ ਕਰੇ, ਉਹੀ ਵਾੜਾ ਸਾਡਾ ਮੋਰਟੈਲਿਟੀ ਰੇਸ਼ੋ ਦਾ ਬਾਇਸ ਬਣ ਜਾਵੇ। ਵੀ ਮਤਲਬ ਅਗਰ ਕੋਈ ਵੀ ਵੀਰ, ਤੁਸੀਂ ਵੀ ਵੀਡੀਓ ਦੇਖੀ ਹੋਣੀ, ਮੈਂ ਵੀ ਦੇਖੀਆਂ ਵੀਡੀਓ, ਵਾਂਸਾਂ ਦੇ ਵਾੜੇ ਬਣਾਉਂਦੇ, ਮਤਲਬ ਚਾਰ ਦੀਵਾਰੀ ਨਹੀਂ ਕਰਨੀ, ਵਾਂਸਾਂ ਦਾ ਵਾੜਾ ਬਣਾ ਲੈਣਾ, ਵਾਂਸਾਂ ਦਾ ਵਾੜਾ ਬਣਾ ਕੇ ਤੇ ਬੱਕਰੀਆਂ ਵਿੱਚ ਛੱਡ ਲੈਣੀਆਂ। ਗੱਲ ਯਾਦ ਰੱਖੋ, ਆਉਣ ਵਾਲੇ ਕੱਲ ਦੇ ਵਿੱਚ ਜਿਹੜੇ ਬੱਕਰੀਆਂ ਦੇ ਬੱਚੇ ਆ, ਉਹੋ ਹੀ ਸਾਡੇ ਸਰਮਾਇਆ ਵਾ। ਅਗਰ ਅਸੀਂ ਉਹਨਾਂ ਨੂੰ ਬਚਾ ਲਿਆ ਤਾਂ ਅਸੀਂ ਕਾਮਯਾਬ ਹੋ ਸਕਦੇ ਹਾਂ ਫਾਰਮਿੰਗ ਦੇ ਵਿੱਚ, ਅਗਰ ਅਸੀਂ ਉਹਨਾਂ ਨੂੰ ਨਹੀਂ ਬਚਾਉਂਦੇ ਤਾਂ ਅਸੀਂ ਕਾਮਯਾਬ ਨਹੀਂ ਹੋ ਸਕਦੇ। ਵਾੜਾ ਬਣਾ ਲਿਆ ਬਿਲ ਫਰਜ਼ ਅਸੀਂ ਵਾਂਸਾਂ ਦਾ, ਕੱਲ ਨੂੰ ਬੱਕਰੀਆਂ ਸਾਡੀਆਂ ਸੂੰਦੀਆਂ 4 ਮਹੀਨਿਆਂ ਨੂੰ, 5 ਮਹੀਨਿਆਂ ਨੂੰ ਸਾਡੀਆਂ ਬੱਕਰੀਆਂ ਸੂੰਦੀਆਂ, ਜਿਹੜੇ ਬੱਕਰੀਆਂ ਦੇ ਬੱਚੇ ਆ ਆਖਰ ਉਹ ਬਾਹਰ ਨਿਕਲਣੇ ਵਾਂਸਾਂ ਦੇ ਥੱਲੋਂ ਦੀ, ਵਾਂਸਾਂ ਦੇ ਨੀਚੋਂ ਦੀ ਬੱਕਰੀਆਂ ਦੇ ਬੱਚੇ ਬਾਹਰ ਨਿਕਲਣੇ ਹੀ ਨਿਕਲਣੇ, ਉਹਨਾਂ ਨੇ ਮਿੱਟੀ ਖਾਣੀ ਹੀ ਖਾਣੀ, ਜਿਹਦੀ ਵਜ੍ਹਾ ਤੋਂ ਸਾਡਾ ਮੋਰਟੈਲਿਟੀ ਰੇਸ਼ੋ ਵੱਧ ਜਾਣਾ। ਇਸ ਤੋਂ ਮੈਂ ਕਹਿੰਦਾ ਵੀ ਕੁਝ ਖਰਚੇ ਇਦਾਂ ਦੇ ਹੁੰਦੇ ਆ ਜਿਹੜੇ ਵਕਤੀ ਮਹਿੰਗੇ ਲੱਗਦੇ ਆ, ਲੇਕਿਨ ਟਾਈਮ ਦੇ ਲਿਹਾਜ਼ ਨਾਲ ਉਹ ਬਿਲਕੁਲ ਪਰਫੈਕਟ ਹੁੰਦੇ ਆ। ਖਰਚਾ ਘੱਟ ਕਰੋ, ਇਹਦਾ ਮਤਲਬ ਇਹ ਨਹੀਂ ਬਿਲਕੁਲ ਹੀ ਘੱਟ ਕਰ ਦਿਓ। ਕਮ ਸੇ ਕਮ ਇੰਨਾ ਖਰਚਾ ਕਰੋ ਵੀ ਤਾਂ ਕਿ ਅਸੀਂ ਆਪਣੇ ਬੱਚੇ, ਬੱਕਰੀਆਂ ਦੇ ਬੱਚਿਆਂ ਨੂੰ, ਅਸੀਂ ਬੱਕਰੀਆਂ ਨੂੰ ਸੇਵ ਕਰ ਸਕੀਏ, ਸੰਭਾਲ ਸਕੀਏ। ਕੰਕਰੀਟ ਦੀ ਜ਼ਰੂਰਤ ਕੋਈ ਨਹੀਂ, ਕੰਕਰੀਟ ਵਾਲੀ ਦੀ ਜ਼ਰੂਰਤ ਕੋਈ ਨਹੀਂ, ਤੁਸੀਂ ਸਾਦੀ ਛੱਤ ਬਣਾਓ, ਵਾਂਸਾਂ ਵਾਲੀ ਬਣਾਓ, ਬਾਲਿਆਂ ਵਾਲੀ ਬਣਾਓ। ਕੋਸ਼ਿਸ਼ ਕਰੋ ਵੀ ਮਿੱਟੀ ਵਾਲੀ ਛੱਤ ਜਿਹੜੀ ਹੁੰਦੀ ਆ, ਵੀ ਵਾਂਸਾਂ ਸਿਰਕੀਆਂ ਵਾਲੀ ਜਾਂ ਬਾਲਿਆਂ ਵਾਲੀ ਉਹੀ ਬਣਾਓ, ਤਾਂ ਕਿ ਉੱਤੇ ਖਰਚਾ ਵੀ ਘੱਟ ਹੁੰਦਾ ਤੇ ਉਹ ਗਰਮੀਆਂ ਨੂੰ ਠੰਡੀ ਰਹਿੰਦੀ ਆ ਤੇ ਸਰਦੀਆਂ ਨੂੰ ਉਹ ਗਰਮ ਰਹਿੰਦੀ ਆ। ਜਿਹੜੇ ਮੇਰੇ ਪਿੱਛੇ ਤੁਸੀਂ ਦੇਖਦੇ ਪਏ ਆ ਵਾੜਾ, ਨਿੱਕਾ ਜਿਹਾ ਛੋਟਾ ਜਿਹਾ ਸੈਟਅਪ ਆ, ਇਹਦੀ ਜਿਹੜੀ ਇਹ ਦੀਵਾਰ ਆ, ਆਹ ਦੀਵਾਰ ਜਿਹੜੀ ਤੁਸੀਂ ਦੇਖਦੇ ਪਏ, ਇਹ ਹੈਗੀ ਆ 1.5 ਫੁੱਟ। ਕਮ ਸੇ ਕਮ ਵਾੜਾ ਇਦਾਂ ਦਾ ਤਿਆਰ ਕਰੋ ਵੀ ਜਿਹਦੇ ਵਿੱਚ ਅਗਰ ਤੁਸੀਂ ਖਰਚਾ ਘੱਟ ਵੀ ਕਰਨਾ ਤੇ 2 ਫੁੱਟ ਜਾਂ 1.5 ਫੁੱਟ ਦੀਵਾਰ ਲਾਜ਼ਮੀ ਕਰਕੇ ਉੱਤੇ ਵਾਂਸ ਲਾ ਦਿਓ, ਉਹਦੇ ਬੜੇ ਫਾਇਦੇ ਹੋਣੇ ਆ। ਕੱਲ ਨੂੰ ਜਦੋਂ ਵੀ ਸਾਡੀਆਂ ਬੱਕਰੀਆਂ ਸੂਣੀਆਂ, ਬੱਚੇ ਵਾੜੇ ਚੋਂ ਬਾਹਰ ਨਹੀਂ ਆਉਣੇ। ਬੱਚੇ ਹਮੇਸ਼ਾ ਉਦੋਂ ਹੀ ਬਿਮਾਰ ਹੁੰਦੇ ਜਦੋਂ ਵਾੜੇ ਚੋਂ ਬਾਹਰ ਆਉਂਦੇ ਆ, ਆਣ ਕੇ ਬਾਹਰੋਂ ਮਿੱਟੀ ਖਾਂਦੇ। ਹੋਰ ਵਾੜੇ ਦੇ ਵਿੱਚ ਰਹਿ ਕੇ ਬੱਚਾ ਮਿੱਟੀ ਨਹੀਂ ਖਾ ਸਕਦਾ, ਕਿਉਂਕਿ ਉਹਦੇ ਵਿੱਚ ਮਿੰਗਣੀਆਂ ਹੁੰਦੀਆਂ, ਮਿੱਟੀ ਦੇ ਵਿੱਚ ਮੁਖਤਲਿਫ ਰੂੜੀ ਜੀ ਬਣੀ ਹੁੰਦੀ ਆ, ਤੇ ਉਹ ਤਾਂ ਕਰਕੇ ਵਾੜੇ ਵਾਲੀ ਮਿੱਟੀ ਬੱਕਰੀਆਂ ਲੇਲੇ ਜਿਹੜੇ ਬੱਚੇ ਆ ਉਹ ਖਾ ਨਹੀਂ ਸਕਦੇ, ਤੇ ਜਦੋਂ ਵੀ ਹੁੰਦੇ ਆ ਬਾਹਰੋਂ ਆਣ ਕੇ ਮਿੱਟੀ ਖਾਂਦੇ ਆ। ਅਸੀਂ ਆਪਣੀ ਇਸ ਮੋਰਟੈਲਿਟੀ ਰੇਸ਼ੋ ਨੂੰ ਬਰਕਰਾਰ ਰੱਖਣ ਲਈ, ਬਰਕਰਾਰ ਰੱਖਣ ਲਈ ਨਹੀਂ, ਸੇਵ ਕਰਨ ਲਈ, ਅਸੀਂ ਇਹਨਾਂ ਨੂੰ ਬਚਾਉਣ ਲਈ, ਮੋਰਟੈਲਿਟੀ ਰੇਸ਼ੋ ਨੂੰ ਕਮ ਕਰਨ ਲਈ ਅਸੀਂ ਇੱਕ ਇਦਾਂ ਦਾ ਖਰਚਾ ਕਰ ਲਈਏ ਜਿਹਦੇ ਨਾਲ ਸਾਨੂੰ ਮਸਲਾ ਨਾ ਬਣੇ। ਵੀ 2 ਫੁੱਟ ਦੀ ਇਦਾਂ ਦੀ ਦੀਵਾਰ ਕਰੋ, ਉੱਤੇ 2-3 ਵਾਂਸ ਲਾ ਲਓ। ਇੱਕ ਤਾਂ ਬੱਚਿਆਂ ਤੋਂ ਫਾਇਦਾ ਹੋ ਗਿਆ। ਦੂਸਰਾ ਫਾਇਦਾ ਇਹ ਆ ਵੀ ਜਦੋਂ ਅਗਰ ਤਾਂ ਕਿਸੇ ਦੇ ਹਵੇਲੀ ਦੇ ਵਿੱਚ ਆ ਜਾਨਵਰ, ਤੇ ਫਿਰ ਤਾਂ ਕੋਈ ਮਸਲਾ ਨਹੀਂ। ਅਗਰ ਹਵੇਲੀ ਤੋਂ ਬਾਹਰ ਆ, ਮਤਲਬ ਡੇਰੇ ਡੂਰੇ ਆ ਜਾਂ ਓਪਨ ਏਰੀਏ ਦੇ ਵਿੱਚ ਆ, ਤੇ ਫਿਰ ਮੇਰਾ ਵੀਰ ਯਾਦ ਰੱਖੋ, ਜਦੋਂ ਵੀ ਸਰਦੀਆਂ ਦੇ ਵਿੱਚ, ਬੇਸ਼ੱਕ ਸਰਦੀ ਘੱਟ ਪੈਣ ਲੱਗ ਪਈ ਹੈ, ਲੇਕਿਨ ਸਰਦੀ ਦੇ ਵਿੱਚ ਜਦੋਂ ਪਹਾੜ ਦੀ ਹਵਾ ਚੱਲਦੀ, ਜਿਹਨੂੰ ਆਪਾਂ ਪਹਾੜ ਦੀ ਹਵਾ ਕਹਿੰਦੇ ਆ, ਜਦੋਂ ਪਹਾੜ ਦੀ ਹਵਾ ਚੱਲਦੀ ਆ ਉਹ ਬਹੁਤ ਠੰਡੀ ਹੁੰਦੀ ਆ। ਉਦੋਂ ਬੱਕਰੀਆਂ ਲੱਭਦੀਆਂ ਹੁੰਦੀਆਂ ਵੀ ਅਸੀਂ ਕਿਸੇ ਓੜ ਨਾ ਬਈਏ, ਮਤਲਬ ਜ਼ਿਮੀਂਦਾਰ ਬੰਦਿਆਂ ਨੂੰ ਪਤਾ, ਪੰਜਾਬੀ ਬੰਦਿਆਂ ਨੂੰ ਪਤਾ ਵੀ ਓੜ ਕਿਹਨੂੰ ਕਹਿੰਦੇ ਆ, ਵੀ ਲੁੱਕ ਕੇ ਬਹਿਣਾ। ਅਗਰ ਸਾਡੀ 2 ਫੁੱਟ ਦੀ ਦੀਵਾਰ ਹੋਏਗੀ ਤਾਂ ਉਹ ਬੱਕਰੀ ਉਹਦੇ ਥੱਲੇ ਬੈਠੀ ਹੋਏਗੀ, ਹਵਾ ਦਾ ਪ੍ਰੈਸ਼ਰ ਬੱਕਰੀ ਨੂੰ ਕੋਈ ਨੁਕਸਾਨ ਨਹੀਂ ਦੇ ਸਕਦਾ। ਅਗਰ ਉਹੀ ਬੱਕਰੀ ਸਾਡੀ ਇਕੱਲੇ ਵਾਂਸਾਂ ਦੇ ਨਾਲ ਬੈਠੀ ਹੋਈ ਤੇ ਸਮਝ ਲਓ ਬੱਕਰੀ ਸਾਡੀ ਬਿਮਾਰ ਵੀ ਹੋ ਸਕਦੀ ਆ। ਇਸ ਤੋਂ ਮੈਂ ਕਹਿੰਦਾ ਵੀ ਵਾੜੇ ਤੇ ਖਰਚਾ ਘੱਟ ਕਰੋ, ਲੇਕਿਨ ਇੰਨਾ ਵੀ ਘੱਟ ਨਾ ਕਰ ਦਿਓ ਵੀ ਕੱਲ ਨੂੰ ਨੁਕਸਾਨ ਹੋ ਜਾਵੇ। ਤੇ ਤੁਸੀਂ ਅਗਰ 2-3 ਵਾਂਸ ਥੱਲੇ ਨਹੀਂ ਲਾਉਣੇ, 2 ਫੁੱਟ ਦੇ ਥੱਲੇ ਦੀਵਾਰ ਕਰ ਲੈਂਦੇ, ਉਹਦੇ ਨਾਲ ਤੁਹਾਡੇ ਜਾਨਵਰ, ਤੁਹਾਡੇ ਬੱਚੇ ਬੱਕਰੀਆਂ ਦੇ ਵੀ ਸੇਵ ਰਹਿਣਗੇ, ਬੱਕਰੀਆਂ ਵੀ ਸੇਵ ਰਹਿਣਗੀਆਂ। ਫਿਰ ਦੂਸਰੀ ਗੱਲ, ਸਭ ਤੋਂ ਵੱਡੀ ਮੇਨ ਜਿਹੜੀ ਗੱਲ ਆ ਉਹ ਇਹ ਆ ਵੀ ਸੱਪ, ਠੂੰਆਂ, ਸਾਉਣ ਭਾਦੋਂ ਦੇ ਵਿੱਚ, ਗਰਮੀਆਂ ਦੇ ਮੌਸਮ ਦੇ ਵਿੱਚ ਸੱਪ ਠੂਵੇਂ ਦਾ ਬੜਾ ਅਟੈਕ ਹੁੰਦਾ, ਵੀ ਸੱਪ ਐਵੇਂ ਤੁਰੇ ਫਿਰਦੇ ਹੁੰਦੇ, ਠੂਵੇਂ, ਮਤਲਬ ਜ਼ਹਿਰੀਲੀ ਚੀਜ਼ ਕੋਈ ਵੀ ਆ ਉਹ ਵਾੜੇ ਦੇ ਵਿੱਚ ਦਾਖਲ
ਨਹੀਂ ਹੋ ਸਕਦੀ। ਅਗਰ ਤੁਸੀਂ 2 ਫੁੱਟ ਦੀਵਾਰ ਕੀਤੀ ਆ, ਅਗਰ ਹੋਏਗੀ ਵੀ ਬਿਲ ਫਰਜ਼ ਵਾੜੇ ਦੇ ਵਿੱਚ ਇੰਟਰ ਹੋ ਵੀ ਜਾਂਦੇ ਆ, ਦਾਖਲ ਹੋ ਵੀ ਜਾਂਦੇ ਆ, ਤੇ ਉਹਦਾ ਮਤਲਬ ਇਹ ਨਹੀਂ ਵੀ ਉਹ ਬੱਕਰੀਆਂ ਨੂੰ ਜ਼ਾਇਆ ਕਰ ਦੇਣਗੇ। ਲੇਕਿਨ ਇਹ ਹੈ ਵੀ ਤੁਸੀਂ ਕਮ ਸੇ ਕਮ ਆਪਣੀ ਕੋਸ਼ਿਸ਼ ਤੇ ਕਰੋ ਨਾ। ਅਸੀਂ YouTube ਦੇਖ ਕੇ, ਅਸੀਂ Facebook ਦੇਖ ਕੇ, ਅਸੀਂ TikTok ਦੇਖ ਕੇ ਫਾਰਮਿੰਗ ਸ਼ੁਰੂ ਕਰ ਲਈ ਆ, ਲੇਕਿਨ ਸਾਨੂੰ ਇਸ ਗੱਲ ਦਾ ਇਲਮ ਨਹੀਂ ਵੀ ਅਸੀਂ ਕਿਹੜੀਆਂ-ਕਿਹੜੀਆਂ ਗਲਤੀਆਂ ਤੋਂ ਬਚੀਏ ਤਾਂ ਅਸੀਂ ਕਾਮਯਾਬ ਹੋ ਸਕਦੇ ਹਾਂ। ਹਰ ਉਹ ਬੰਦਾ ਜਿਹੜਾ ਯੂਟਿਊਬਰ ਹੈ ਜਾਂ ਫੇਸਬੁੱਕਰ ਹੈ ਜਾਂ ਕੋਈ ਵੀ ਆ, ਤੁਹਾਨੂੰ ਸਿਰਫ ਫਾਇਦੇ ਹੀ ਦੱਸਦਾ, ਨੁਕਸਾਨ ਨਹੀਂ ਦੱਸਦਾ। ਮੇਰੇ ਵੀਰੋ, ਇਸ ਚੈਨਲ ਦੇ ਤੁਹਾਨੂੰ ਫਾਇਦੇ ਵੀ ਲੱਭਣਗੇ, ਨੁਕਸਾਨ ਵੀ ਲੱਭਣਗੇ। ਪਹਿਲਾਂ ਨੁਕਸਾਨ ਲੱਭਣਗੇ, ਬਾਅਦ 'ਚ ਫਾਇਦੇ ਲੱਭਣਗੇ। ਦਿਲ ਤੁਹਾਡਾ ਮੁਤਮਿਨ ਹੋਵੇ, ਫਾਰਮਿੰਗ ਕਰ ਲਓ, ਨਹੀਂ ਮੁਤਮਿਨ ਤੇ ਬੇਸ਼ੱਕ ਨਾ ਕਰੋ। ਇਹ ਅੱਗੇ ਮੈਂ ਵੀਡੀਓ ਬਣਾਈ ਆ ਵੀ ਫਾਰਮ ਕਿੱਦਾਂ ਦਾ ਬਣਾਉਣਾ ਚਾਹੀਦਾ, ਮਤਲਬ ਛੋਟਾ ਸੈਟਅਪ ਕਿੱਦਾਂ ਦਾ ਬਣਾਉਣਾ ਚਾਹੀਦਾ। ਤੇ ਅੱਜ ਮੈਂ ਵੀਰਾਂ ਨੂੰ ਸਿਰਫ ਇਸ ਵਾਸਤੇ ਵੀਡੀਓ ਬਣਾ ਰਿਹਾ ਵੀ ਤਾਂ ਕਿ ਕੱਲ ਨੂੰ ਆਉਣ ਵਾਲੇ ਕੱਲ ਦੇ ਵਿੱਚ ਮੇਰੇ ਵੀਰਾਂ ਦਾ ਨੁਕਸਾਨ ਨਾ ਹੋਵੇ, ਪੈਸੇ ਦੀ ਮਦ ਦੇ ਵਿੱਚ, ਬੱਕਰੀਆਂ ਦੇ ਬੱਚਿਆਂ ਦੀ ਮਦ ਦੇ ਵਿੱਚ। ਕਿਉਂਕਿ ਜਦੋਂ ਵੀ ਅਸੀਂ ਫਾਰਮਿੰਗ ਕਰਦੇ ਹਾਂ, ਅਸੀਂ ਬੱਚਿਆਂ ਤੋਂ ਉਮੀਦ ਰੱਖਦੇ ਹਾਂ ਵੀ ਬੱਚੇ ਸਾਡੇ ਜਿਹੜੇ ਬੱਕਰੀਆਂ ਦੇ ਉਹ ਸਾਡਾ ਇੱਕ ਸਰਮਾਇਆ ਹੋਣਗੇ, ਉਹ ਪ੍ਰੋਫਿਟ ਹੋਣਗੇ। ਜਦੋਂ ਅਸੀਂ ਬੱਕਰੀਆਂ ਦੀ ਬੱਚਿਆਂ ਦੀ ਮੋਰਟੈਲਿਟੀ ਰੇਸ਼ੀਓ ਹੀ ਨਾ ਘਟਾ ਸਕੇ, ਤੇ ਫਿਰ ਮੇਰੇ ਵੀਰੋ ਅਸੀਂ ਕਾਮਯਾਬ ਨਹੀਂ ਹੋ ਸਕਦੇ। ਬੱਚੇ ਅਸੀਂ ਲੈਣੇ ਜਾਂ ਬੱਕਰੀ ਕੋ ਨਹੀਂ ਲੈਣੇ, ਇਹ ਇੱਕ ਅਲੱਗ ਇਸ਼ੂ ਆ। ਇਹ ਵੀਡੀਓ ਪਿੱਛੇ ਬੜੀ ਪਈ ਆ ਵੀ ਪੈਸੇ ਬੱਕਰੀ ਫਾਰਮਿੰਗ ਚੋਂ ਕਿੱਦਾਂ ਕਮਾਏ ਜਾ ਸਕਦੇ ਆ। ਉਹ ਮੁਖਤਲਿਫ ਸਟੈਪ ਨੇ, ਉਹ ਪਿੱਛੇ ਵੀਡੀਓ ਇੱਕ ਬਣੀ ਪਈ ਆ, ਉਹ ਤੁਸੀਂ ਦੇਖ ਸਕਦੇ ਹੋ। ਇਹ ਸਿਰਫ ਮੈਂ ਵੀ ਉਹਨਾਂ ਵੀਰਾਂ ਨੂੰ ਇਹ ਵੀਡੀਓ ਬਣਾ ਰਿਹਾ, ਵੀਰਾਂ ਲਈ ਬਣਾ ਰਿਹਾ ਜਿਹੜੇ ਮੇਰੇ ਵੀਰ ਨਵੇਂ ਬੱਕਰੀ ਫਾਰਮਿੰਗ 'ਚ ਆ ਜਾਂਦੇ ਆ, ਤੇ ਫਿਰ ਉਹ ਮਸਲਾ ਬਣ ਜਾਂਦਾ ਵੀ ਬੱਚੇ ਹੁਣ ਅਸੀਂ ਬਚਾਈਏ, ਬੱਕਰੀਆਂ ਬਚਾਈਏ, ਸਰਦੀ ਆ ਗਈ, ਗਰਮੀ ਆ ਗਈ, ਇਹ ਮੁਖਤਲਿਫ ਜਦੋਂ ਬਿਮਾਰੀਆਂ ਅਟੈਕ ਕਰਦੀਆਂ, ਤੇ ਉਦੋਂ ਮੇਰੇ ਵੀਰੋ ਯਾਦ ਰੱਖੋ ਵੀ ਉਦੋਂ ਸਾਨੂੰ ਸਮਝ ਆਉਂਦੀ ਆ ਵੀ ਯਾਰ ਅਸੀਂ ਗਲਤ ਕਦਮ ਚੱਕ ਬੈਠੇ ਹਾਂ। ਕਿਉਂ ਨਾ ਅਸੀਂ ਪਹਿਲਾਂ ਹੀ ਅਸੀਂ ਸੋਚ ਸਮਝ ਕੇ ਕਦਮ ਚੱਕੀਏ। ਹਮੇਸ਼ਾ ਕੰਮ ਜਦੋਂ ਵੀ ਕਰੋ, ਬੇਸ਼ੱਕ ਕੋਈ ਵੀ ਕਰੋ, ਆਉਣ ਵਾਲੇ ਕੱਲ ਨੂੰ ਨਹੀਂ ਸੋਚੋ। ਬਾਕੀ ਤੇ ਨਿਜ਼ਾਮੇ ਕੁਦਰਤ ਆ, ਆਉਣ ਵਾਲੇ ਕੱਲ ਦਾ ਕਿਸੇ ਨੂੰ ਨਹੀਂ ਪਤਾ। ਇਹ ਅੱਲਾਹ ਪਾਕ ਨੂੰ ਪਤਾ ਵੀ ਜੋ ਹੋਣਾ ਜਾਂ ਜੋ ਹੋ ਗਿਆ ਜਾਂ ਜੋ ਸਾਡੇ ਦਿਲ 'ਚ ਆ ਜਾਂ ਆਉਣ ਵਾਲੇ 10 ਸਾਲਾਂ 'ਚ ਕੀ ਸਾਡੇ ਨਾਲ ਹੋਣਾ, ਸਾਨੂੰ ਨਹੀਂ ਪਤਾ। ਲੇਕਿਨ ਅੱਲਾਹ ਪਾਕ ਨੇ ਸਾਨੂੰ ਦਿਮਾਗ ਜ਼ਰੂਰ ਦਿੱਤਾ ਵੀ ਸੋਚਣ ਲਈ ਵੀ ਸਾਨੂੰ ਆਉਣ ਵਾਲੇ ਕੱਲ ਦੇ ਵਿੱਚ ਬੱਕਰੀਆਂ ਨੂੰ ਅਸੀਂ ਕਿੱਦਾਂ ਸੇਵ ਕਰ ਸਕਦੇ ਹਾਂ, ਵਾੜੇ ਨੂੰ ਕਿੱਦਾਂ ਸੰਭਾਲੀਏ, ਅਸੀਂ ਕਿੱਦਾਂ ਅਸੀਂ ਬਣਾਈਏ ਜਿਹਦੀ ਵਜ੍ਹਾ ਤੋਂ ਬੱਕਰੀਆਂ ਸਾਡੀਆਂ ਬਚਣ ਤੇ ਬੱਚੇ ਵੀ ਸੇਵ ਹੋਣ। ਇਹ ਅੱਜ ਦੀ ਵੀਡੀਓ ਸਿਰਫ ਮੇਰੇ ਇਸ ਟੌਪਿਕ ਲਈ ਸੀਗੀ ਤਾਂ ਕਿ ਕੋਈ ਬੰਦਾ ਐਸਾ ਨਾ ਰਵੇ ਜਿਹੜਾ ਬੰਦਾ ਵੀ ਬੱਕਰੀਆਂ ਦਾ ਸ਼ੌਕ ਤਾਂ ਰੱਖਦਾ ਲੇਕਿਨ ਉਹਨੂੰ ਅਵੇਅਰਨੈਸ ਨਹੀਂ ਹੈ ਵੀ ਵਾੜਾ ਕਿੱਦਾਂ ਦਾ ਬਣਾਈਏ। ਦੀਵਾਰ ਲਾਜ਼ਮੀ ਆ, ਬਹੁਤ ਅਹਿਮ ਆ। ਵਾੜੇ ਦੇ ਵਿੱਚ 1.5 ਤੋਂ 2 ਫੁੱਟ ਦੀ ਦੀਵਾਰ ਬਿਲਕੁਲ ਜ਼ਰੂਰੀ ਆ। ਅਗਰ ਬਿਲਫਰਜ਼ ਦੀਵਾਰ ਤੁਸੀਂ ਨਹੀਂ ਬਣਾਉਣੀ ਤੇ ਫਿਰ ਜਾਲੀਆਂ ਹੁਣ ਤੇ ਚੱਲ ਪਈਆਂ, ਉਹਦੇ ਵਿੱਚੋਂ ਵੀ ਬੱਚੇ ਬਾਹਰ ਨਹੀਂ ਨਿਕਲ ਸਕਦੇ। ਉਹ ਜਾਲੀ ਵੀ ਉੱਥੇ ਕੰਮ ਕਰੂਗੀ ਜਿੱਥੇ 4 ਹਵੇਲੀ ਆ, 4 ਦੀਵਾਰੀ ਆ, ਉਹਦੇ ਵਿੱਚ ਸੈਟਅਪ ਤੁਸੀਂ ਬਣਾਇਆ ਵਾ, ਉੱਥੇ ਜਾਲੀ ਨੇ ਕੰਮ ਕਰਨਾ। ਤੇ ਖੁੱਲੇ ਥਾਂ ਤੇ ਮੁਰੱਬੇ ਡੇਰੇ ਉਹ ਜਾਲੀ ਨੇ ਵੀ ਕੰਮ ਨਹੀਂ ਕਰਨਾ। ਕਿਉਂ? ਸਰਦੀ ਦਾ ਜਦੋਂ ਮੌਸਮ ਆਇਆ ਸਾਨੂੰ ਬੜੀਆਂ ਮੁਸ਼ਕਲਾਤ ਉਠਾਉਣੀਆਂ ਪੈਣੀਆਂ। ਇਹ ਬੱਕਰੀ ਸੰਭਾਲਣੀ ਸਭ ਤੋਂ ਜ਼ਿਆਦਾ ਸਰਦੀ ਦੇ ਵਿੱਚ ਮੁਸ਼ਕਿਲ ਆ, ਗਰਮੀ ਦੇ ਵਿੱਚ ਬੱਕਰੀ ਸੰਭਾਲਣੀ ਮੁਸ਼ਕਿਲ ਨਹੀਂ। ਹਵਾਦਾਰ ਹੋਣਾ ਚਾਹੀਦਾ, ਕਮਰਾ ਵੀ ਹਵਾਦਾਰ ਹੋਣਾ ਚਾਹੀਦਾ, ਵਾੜਾ ਵੀ ਹਵਾਦਾਰ ਹੋਣਾ ਚਾਹੀਦਾ, ਦਰਖਤ ਵੀ ਹੋਣੇ ਚਾਹੀਦੇ, ਸਭ ਕੁਝ ਹੋਣਾ ਚਾਹੀਦਾ। ਲੇਕਿਨ ਇਹ ਹੈ ਵੀ ਅਸੀਂ ਕੋਸ਼ਿਸ਼ ਕਰੀਏ, ਜਿੰਨੀ ਸਾਡੇ ਕੋਲ ਕੋਸ਼ਿਸ਼ ਹੋ ਸਕਦੀ ਅਸੀਂ ਉਨੀ ਕੋਸ਼ਿਸ਼ ਕਰੀਏ ਤਾਂ ਕਿ ਬੱਕਰੀਆਂ ਦੇ ਬੱਚੇ ਅਸੀਂ ਕਮ ਸੇ ਕਮ ਸੰਭਾਲ ਸਕੀਏ, ਬੱਕਰੀਆਂ ਨੂੰ ਸੇਵ ਕਰ ਸਕੀਏ, ਬੱਕਰੀ ਸਰਦੀ ਦੇ ਵਿੱਚ ਜਿਹੜਾ ਹੈ ਉਹ ਹਿਸਾਬ ਕਿਤਾਬ ਲਾ ਸਕੀਏ। ਤੇ ਇੱਕ ਹੋਰ ਗੱਲ ਮੇਰੇ ਵੀਰਾਂ ਨਾਲ ਮੈਂ ਸ਼ੇਅਰ ਕਰਦਾ ਜਾਵਾਂ, ਵਾੜਾ ਜਦੋਂ ਵੀ ਬਣਾਓ, ਪੁਖਾ ਜਿੱਥੇ ਵੀ ਬਣਾਓ, ਡੇਰੇ ਬਣਾਓ, ਹਵੇਲੀ 'ਚ ਬਣਾਓ, ਚੱਕ ਬਣਾਓ, ਸ਼ਹਿਰ ਬਣਾਓ, ਜਿੱਥੇ ਵੀ ਬਣਾਓ, ਉਹ ਤੁਹਾਡੀ ਮਰਜ਼ੀ ਹੈ। ਲੇਕਿਨ ਧੁੱਪ ਦਾ ਤੇ ਛਾਂ ਦਾ ਮੇਰੇ ਵੀਰੋ ਬਹੁਤ ਖਿਆਲ ਰੱਖਣਾ ਪੈਣਾ ਤੁਹਾਨੂੰ। ਵਾੜਾ ਬਣਾਉਣ ਤੋਂ ਪਹਿਲਾਂ ਜਿੱਥੇ ਤੁਹਾਡਾ ਜ਼ਿਹਨ ਬਣਿਆ ਵਾ ਵਾੜਾ ਅਸੀਂ ਇੱਥੇ ਬਣਾਉਣਾ, ਕਮ ਸੇ ਕਮ ਸਰਦੀਆਂ ਦੇ ਵਿੱਚ ਤੁਹਾਨੂੰ ਇਸ ਗੱਲ ਦਾ ਪਤਾ ਹੋਵੇ 9 ਤੋਂ 10 ਵਜੇ ਤੱਕ ਇੱਥੇ ਧੁੱਪ ਆਉਂਦੀ ਆ ਵਾੜੇ ਦੇ ਵਿੱਚ ਜਾਂ ਨਹੀਂ ਆਉਂਦੀ। ਅਗਰ ਬਿਲਫਰਜ਼ ਵਾੜਾ ਤੁਹਾਡਾ 15 ਫੁੱਟ ਚੌੜਾ, 20 ਫੁੱਟ ਲੰਮਾ ਵਾ, ਮਤਲਬ 20 ਫੁੱਟ ਲੰਬਾ ਵਾ, ਤੇ ਕਮ ਸੇ ਕਮ 10 ਫੁੱਟ 8 ਫੁੱਟ ਤੇ
8 9 10 ਵਜੇ ਧੁੱਪ ਹੋਣੀ ਲਾਜ਼ਮੀ ਆ, ਇੰਤਹਾਈ ਲਾਜ਼ਮੀ ਹੈ, ਕਿਉਂਕਿ ਸਰਦੀਆਂ ਦੇ ਵਿੱਚ ਬੱਕਰੀ ਨੂੰ ਧੁੱਪ ਬਹੁਤ ਜ਼ਰੂਰੀ ਹੈ। ਅਕਸਰ ਵੀਰ ਮੇਰੇ ਇਦਾਂ ਦੇ ਆ ਜਿਨ੍ਹਾਂ ਨੇ ਫਾਰਮਿੰਗ ਤੇ ਸ਼ੁਰੂ ਕਰ ਲਈ ਹੈ, ਲੇਕਿਨ ਉਹਨਾਂ ਨੂੰ ਧੁੱਪ ਛਾਂ ਦਾ ਪਤਾ ਹੀ ਨਹੀਂ ਲੱਗਾ ਵੀ ਧੁੱਪ ਛਾਂ ਵੀ ਬੱਕਰੀਆਂ ਨੂੰ ਚਾਹੀਦੀ ਆ। ਸਿਰਫ YouTube ਦੇਖੀ, ਨਫੇ ਦੇਖੇ, ਬੱਕਰੀ ਫਾਰਮਿੰਗ ਕਰ ਲਈ ਤੇ ਆਖਰ ਕੀ ਹੋਣਾ, ਤਾਲੀ ਵੱਜ ਜਾਣੀ। ਤੇ ਮੇਰੇ ਵੀਰੋ ਅੱਲਾ ਮਾਫ ਕਰੇ, ਇਸ ਤਾਲੀ ਵੱਜਣ ਤੋਂ ਪਹਿਲਾਂ ਅਸੀਂ ਕੋਈ ਕੰਮ ਹੀ ਇਦਾਂ ਦੇ ਕਰੀਏ ਜਿਹਦੀ ਵਜ੍ਹਾ ਤੋਂ ਸਾਡੇ ਨੁਕਸਾਨ ਨਾ ਹੋਣ। ਸਾਡੇ ਜਿੰਨੇ ਵੀ ਬੱਕਰੀ ਪਾਲ ਵੀਰ ਆ ਸਾਰਿਆਂ ਦੇ ਮਾਲ ਦੀ ਤੰਦਰੁਸਤੀ ਅੱਲਾਹ ਤਾਲਾ ਫਰਮਾਵੇ ਤੇ ਆਪਣੇ ਆਪਣੇ ਬੱਕਰੀਆਂ ਸੰਭਾਲੋ ਤੇ ਅੱਛੇ ਤਰੀਕੇ ਨਾਲ ਸੰਭਾਲੋ, ਖੁਰਾਕ ਮੇਨਟੇਨ ਕਰੋ ਬੱਕਰੀਆਂ ਦੀ। ਮੈਂ ਹਰ ਵੀਡੀਓ ਦੇ ਵਿੱਚ ਕਹਿੰਦਾ ਬੱਕਰੀ ਦੀ ਅਗਰ ਡਾਈਟ ਅੱਛੀ ਹੈ ਤੇ ਬੱਕਰੀ ਦਾ ਸਭ ਕੁਝ ਹੀ ਟਾਈਟ ਆ, ਕੋਈ ਬਿਮਾਰੀ ਅਟੈਕ ਨਹੀਂ ਕਰ ਸਕਦੀ, ਕੋਈ ਕੁਝ ਨਹੀਂ ਕਰ ਸਕਦਾ, ਕੁਝ ਵੀ ਨਹੀਂ ਹੋ ਸਕਦਾ। ਸਿਰਫ ਇੱਕ ਅੱਲਾਹ ਪਾਕ ਦੀ ਜ਼ਾਤ ਨਾ ਕੁਝ ਬੱਕਰੀ ਨੂੰ ਬਿਮਾਰੀ ਆਉਣ ਦੇਵੇ ਤੇ ਕੁਝ ਵੀ ਨਹੀਂ ਹੋ ਸਕਦਾ। ਹੋਰ ਬਿਮਾਰੀ ਦੀ ਜ਼ਰੂਰਤ ਹੀ ਕੋਈ ਨਹੀਂ, ਵੈਕਸੀਨਾਂ ਦੀ ਜ਼ਰੂਰਤ ਹੀ ਕੋਈ ਨਹੀਂ ਲਵਾਉਣੀਆਂ ਸਾਨੂੰ ਪੈ ਜਾਣ, ਅਗਰ ਬੱਕਰੀ ਦੀ ਡਾਈਟ ਅੱਛੀ ਆ। ਬੱਕਰੀ ਦੀ ਡਾਈਟ ਕਿੱਦਾਂ ਅੱਛੀ ਆ, ਬੱਕਰੀ ਨੂੰ ਜਿਹੜਾ ਤੁਸੀਂ ਖਾਣੇ ਦੇ ਵਿੱਚ ਦੇ ਰਹੇ ਆ, ਪੀਣੇ 'ਚ ਦੇ ਰਹੇ ਆ ਤੁਸੀਂ, ਮੈਂ ਇਹ ਨਹੀਂ ਕਹਿੰਦਾ ਤੁਸੀਂ 5-5 ਹਜ਼ਾਰ ਦੇ ਵੰਡੇ ਲਿਆਓ, 4-4 ਹਜ਼ਾਰ ਦੇ ਵੰਡੇ ਲਿਆਓ, ਉਹ ਖਿਲਾਓ ਤਾਂ ਉਹਦੇ ਨਾਲ ਡਾਈਟ ਅੱਛੀ ਹੋਣੀ। ਮੇਰਾ ਵੀਰ ਯਾਦ ਰੱਖੋ, ਵੰਡਾ ਹਮੇਸ਼ਾ ਆਪਣਾ ਹੀ ਤਿਆਰ ਕਰੋ। ਮੈਂ ਹਰ ਵੀਡੀਓ ਸਿਰਫ ਇਸ ਵਾਸਤੇ ਕਰਨਾ ਵੀ ਕੋਈ ਦੋਸਤ ਵੀਡੀਓ ਦੇਖਦਾ, ਉਹ ਕੋਈ ਦੋਸਤ ਨਹੀਂ ਦੇਖਦਾ। ਮੈਂ ਇਸ ਤੋਂ ਹਰ ਵੀਡੀਓ ਦੇ ਵਿੱਚ ਡਾਈਟ ਦਾ ਜ਼ਿਕਰ ਇਸ ਵਾਸਤੇ ਕਰਨਾ ਵੀ ਆਪਣਾ ਵੰਡਾ ਤਿਆਰ ਕਰੋ। ਤੁਹਾਡੇ ਕੋਲ ਮੱਕੀ ਆ, ਚਨਾ ਵਾ, ਮਕਈ ਆ, ਜੋ ਵੀ ਆ, ਗੰਦਮ ਆ, ਬਨੌਲਾ ਵਾ, ਤੁਸੀਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਰੀਆਂ ਇਕੱਠੀਆਂ ਕਰੋ, ਮਿਕਸ ਕਰੋ, ਮਿਕਸ ਕਰਕੇ ਤੇ ਸਪੈਲਰ ਦੇ ਵਿੱਚੋਂ ਦੀ ਨਿਗਾਲ ਲਓ ਤੇ ਉਹ ਤੁਹਾਡਾ ਵੰਡਾ ਆਪਣਾ ਬਣ ਜਾਣਾ। ਸਪੈਲਰ ਚੋਂ ਨਹੀਂ ਵੀ ਨਿਗਾਉਣਾ ਤੇ ਤੁਸੀਂ ਮਿਕਸ ਕਰਕੇ ਰੱਖ ਲਓ ਤੇ ਸ਼ਾਮ ਨੂੰ ਉਹਨਾਂ ਨੂੰ ਬੱਕਰੀਆਂ ਨੂੰ ਪਾਵੋ। ਬੱਕਰੀਆਂ ਦੀ ਡਾਈਟ ਅੱਛੀ ਹੋਊਗੀ ਤੇ ਤੁਸੀਂ ਬਿਲਕੁਲ ਟੈਨਸ਼ਨ ਫ੍ਰੀ ਹੋ ਕੇ ਜਿੱਥੇ ਮਰਜ਼ੀ ਫਿਰ ਸਕਦੇ ਹੋ, ਤੁਹਾਡੀ ਬੱਕਰੀਆਂ ਨੂੰ ਕੋਈ ਅਟੈਕ ਨਹੀਂ ਹੋ ਸਕਦਾ। ਵੀਡੀਓ ਚੰਗੀ ਲੱਗੇ ਲਾਈਕ ਜ਼ਰੂਰ ਕਰਿਆ ਕਰੋ ਤੇ ਜਿਸ ਮੇਰੇ ਵੀਰ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ। ਅੱਲਾ ਹਾਫਿਜ਼।